अच्छा, जो भी समझो लकब देना है, अनायत फरमाओ, ਤੁਹਾਡੀ ਅਤਾ ਹੋਏਗੀ। ਜੇ ਮੈਂ ਬੁੱਢੀ ਹੁੰਦਾ, ਵਾਹ ਬਈ ਵਾਹ, ਇਹ ਮੌਜੂ ਬੜਾ ਹੈਗਾ ਕਿ ਜੇ ਮੈਂ ਬੁੱਢੀ ਹੁੰਦਾ, ਜੇ ਮੈਂ ਬੁੱਢੀ ਹੁੰਦਾ ਤੇ ਕੀ ਕਰਦਾ। ਇਹ ਐਜ਼ਿਊਮ ਹੀ ਕਰਨਾ ਨਾ। ਜ਼ਰਾ ਆਪਣੇ ਆਪ ਨੂੰ ਇਹਨਾਂ ਬੁੱਢੀਆਂ ਵਾਲੀ ਜਗ੍ਹਾ ਤੇ ਰੱਖ ਕੇ ਤੇ ਵੇਖੋ ਕਿ ਇਹਨਾਂ ਦੀਆਂ ਕੁਰਬਾਨੀਆਂ ਕਿੰਨੀਆਂ ਨੇ। ਹਰ ਰੂਪ ਵਿੱਚ ਆਲਾ ਅਰਫਾ ਰੂਪ, ਮਾਂ ਦਾ ਰੂਪ। ਜੰਮਦਾ ਨਿਆਣਾ ਤੇ ਮਰਨ ਤੱਕ ਇਹ ਆਪਣੀ ਔਲਾਦ ਨੂੰ ਆਂਦੀ ਹੈ ਮੇਰੀਆਂ ਆਂਦਰਾਂ ਨੇ। ਇਹ ਆਂਦਰਾਂ ਨੂੰ ਖਿੱਚ ਪੈਂਦੀ ਹੈ ਜਿਸ ਵੇਲੇ ਔਲਾਦ ਨੂੰ ਕੋਈ ਤਕਲੀਫ ਹੁੰਦੀ ਹੈ ਨਾ, ਤੇ ਇਹਨਾਂ ਆਂਦਰਾਂ ਨੂੰ ਖਿੱਚ ਪੈਂਦੀ ਹੈ। ਉਹਦਾ ਅਮਲੀ ਮੁਜ਼ਾਹਰਾ ਇੱਕ ਵਾਰੀ ਨਹੀਂ, ਬੜੀ ਵਾਰੀ ਅਸੀਂ ਸਾਰਿਆਂ ਨੇ ਵੇਖਿਆ। ਇਹ ਜਿਹੜਾ ਔਲਾਦ ਦਾ ਦਰਦ ਹੈ, ਇਸ ਮਾਂ ਨੂੰ ਮੁਕਾ ਦਿੰਦਾ, ਉਹ ਦੂਰੀ ਤੇਰੀ ਹੋ ਜਾਂਦੀ ਹੈ। ਤੇ ਜੇ ਧੀ ਜੰਮ ਪਈ ਤੇ ਧੀ ਬਹੁਤ ਇੱਜ਼ਤ ਵਾਲੀ ਗੱਲ ਹੈ, ਬੜੀ ਗੱਲ ਹੈ। ਉਂਝ ਜਿਹੜੀ ਤਰਜੀਹਾਤ ਨੇ, ਭੈਣ ਨੇ ਵੀ ਖਿਦਮਤ ਜਿਹੜਾ ਭਰਾ ਦੀ ਕਰਨੀ ਹੈ। ਆ ਦੁੱਧ ਦਾ ਗਲਾਸ ਸੌਣ ਲੱਗਿਆ ਭਰਾ ਨੂੰ ਦੇ ਦੇ। ਖਿਦਮਤ ਖਿਦਮਤ ਖਿਦਮਤ। ਧੀ ਨੇ ਵੱਡਿਆਂ ਹੋਣਾ, ਥੋੜੀ ਜਿਹੀ ਆਪਣੇ ਵੀਰ ਦਾ ਬਸਤਾ ਵੀ ਤਿਆਰ ਕਰਦੇ ਨਹੀਂ, ਆਪਣੇ ਵੀਰ ਦਾ ਨਾਸ਼ਤਾ ਵੀ ਜਿਹੜਾ ਨਾ ਉਹ ਵੀ ਤਿਆਰ ਕਰਦੇ। ਉਹਨੇ ਤਿਆਰ ਕਰਕੇ ਉਹਨੇ ਦੋ ਗੋਤਾਂ ਕੀਤੀਆਂ ਹੋਣੀਆਂ। ਉਸ ਧੀ ਨੇ ਜਾਣਾ, ਉਹਨੇ ਵੀ ਸਕੂਲੇ ਹੀ ਹੈ। ਉਹ ਭਰਾ ਦਾ ਫਿਰ ਵੀ ਖਿਆਲ ਕਰਨਾ। ਕਰਦਿਆਂ ਕਰਦਿਆਂ ਉਹਨੇ ਸਕੂਲੇ ਜਾਣਾ, ਸਕੂਲੋਂ ਆਉਣਾ, ਮਾਂ ਨੇ ਕਿਚਨ 'ਚ ਹੋਣਾ। ਨਹੀਂ ਧੀਏ, ਇਹ ਰੋਟੀ ਆਪਣੇ ਵੀਰ ਨੂੰ ਵੀ ਦੇ ਦੇ ਤੇ ਆਪ ਵੀ ਖਾ ਲੈ। ਤੇ ਜੇ ਮਾਂ ਹਾਲੇ ਕੰਮ ਕਰਦੀ ਹੈ ਤੇ ਜੋ ਕਿਚਨ ਦਾ ਕੰਮ ਹੈ, ਸਫਾਈ ਦਾ ਕੰਮ ਹੈ, ਉਹਦੇ ਵਿੱਚ ਵੀ ਹੱਥ ਵਟਾਉਣਾ। ਅੱਲਾਹੁ ਅਕਬਰ। ਫਿਰ ਇੱਕੋ ਵਕਤ ਆਉਣਾ ਜਿਸ ਵੇਲੇ 20-25 ਸਾਲਾਂ ਦੀ ਹੋ ਕੇ ਤੇ ਇਸ ਧੀ ਨੇ ਜਿੰਨੇ ਸਾਰੀ ਉਮਰ ਇੱਥੇ 20-25 ਸਾਲ ਗੁਜ਼ਾਰੇ, ਆਪਣੀ ਮਾਂ, ਆਪਣਾ ਪਿਓ, ਆਪਣੇ ਭੈਣਾਂ ਭਰਾਵਾਂ ਦੇ ਨਾਲ ਗੁਜ਼ਾਰੇ, ਉਹ ਘਰ ਛੱਡਣਾ। ਉਹਨੇ ਘਰ ਛੱਡ ਕੇ ਦੂਜੇ ਘਰ ਜਾਣਾ, ਔਰ ਦੂਜੇ ਘਰ ਜਾ ਕੇ ਜਿਵੇਂ ਜਿਵੇਂ ਉਹਦਾ ਵਕਤ ਗੁਜ਼ਰਨਾ, ਉਹਨੇ ਉੱਥੇ ਆਪਣੇ ਆਪ ਨੂੰ ਐਡਜਸਟ ਕਰਨਾ, ਆਪਣੇ ਆਪ ਨੂੰ ਉਹਨੇ ਸੈੱਟ ਕਰਨਾ। ਔਰ ਅਗਰ ਕੋਈ ਕਮੀ ਬੇਸ਼ੀ, ਕਮੀ ਕੁਤਾਈ ਹੋਈ ਤੇ ਸਸੁਰਾਲ ਵਾਲਿਆਂ ਨੇ ਉਹਨੂੰ ਮਿਹਣਾ ਦੇਣਾ। ਆਪਣੇ ਮੁੰਡੇ ਦੇ ਵਿੱਚ ਕੋਈ ਖਾਮੀ ਹੈ ਹੀ ਨਹੀਂ, ਉਹ ਤੇ ਫਰਿਸ਼ਤਾ। ਕਦੀ ਸੋਚਿਆ ਕਰੋ, ਇਹ ਘਰ ਰੋਜ਼ੇ ਆਉਂਦੇ ਨਾ ਤੇ ਦਿਨ ਕੀ ਤੇ ਰਾਤ ਕੀ ਤੁਹਾਡੀ ਖਿਦਮਤ। ਤੁਸੀਂ ਦਫ਼ਤਰ ਜਾਣਾ, ਤੁਹਾਡੀ ਖਿਦਮਤ। ਤੁਸੀਂ ਦਫ਼ਤਰੋਂ ਆਉਣਾ, ਤੁਹਾਡੀ ਖਿਦਮਤ। ਫੇਰ ਗਿਲੇ ਵੀ ਸਾਨੂੰ ਇਹਨਾਂ ਤੇ ਨੇ। ਉਹ ਯਾਰਾ ਕਦੀ ਇਹਨਾਂ ਨੂੰ ਪੁੱਛ ਤੇ ਲਿਆ ਕਰੋ ਕਿ ਆਜਾ ਚਲੀਏ ਅੱਜ ਬਾਹਰ, ਅੱਜ ਬਾਹਰ ਖਾਣਾ ਖਾ ਆਉਨੇ ਆ, ਅੱਜ ਬਾਹਰ ਥੀਏਟਰ ਆਉਨੇ ਆ। ਚਲੋ ਮਾਂ ਪਿਓ ਨੂੰ ਵੀ ਨਾਲ ਲੈ ਲਓ, ਬਾਕੀ ਵੀ ਕੋਈ ਟੱਬਰ ਦਾ ਕੋਈ ਜੀ ਹੈ ਤੇ ਉਹਨੂੰ ਵੀ ਨਾਲ ਲੈ ਲਓ। ਇੱਕ ਤਸੱਵਰ ਤੇ ਕਰੋ ਕਿ 24 ਘੰਟੇ ਤੁਸੀਂ ਆਪਣੇ ਘਰਾਂ 'ਚ ਬੰਦ ਹੋ ਤੇ ਤੁਹਾਡਾ ਕੀ ਹਾਲ ਹੈ। ਤੁਹਾਡਾ ਨਹੀਂ ਜੀ ਕਰਦਾ ਬਾਹਰ ਨਿਕਲਣ ਨੂੰ। ਇਹਨਾਂ ਨੂੰ ਵੇਲੇ ਕਵੇਲੇ ਉਸ ਰਿਸ਼ਤੇ ਜਿਹੜੇ 25-30 ਸਾਲ ਦੇ ਰਿਸ਼ਤੇ ਪਿਛਾਂ ਮਾਂ ਪਿਓ ਨਾਲ ਹੈ ਨੇ, ਭੈਣਾਂ ਭਰਾਵਾਂ ਨਾਲ ਹੈ ਨੇ, ਉਹਨਾਂ ਨੂੰ ਮਿਹਣੇ ਨਾ ਦਿਆ ਕਰੋ ਯਾਰ। ਉਹਨਾਂ ਨੂੰ ਮਿਲਣ ਵਾਸਤੇ ਘੱਲਿਆ ਕਰੋ। ਇਹਨਾਂ ਨੂੰ ਵਕਤ ਦਿਆ ਕਰੋ, ਇਹਨਾਂ ਦੇ ਕੋਲ ਬਹਿਆ ਕਰੋ। ਇਹਨਾਂ ਦਾ ਜੇ ਤੁਸੀਂ ਇਹਨਾਂ ਦੇ ਵੀ ਮਸ਼ਕੂਰ ਨਹੀਂ ਤਾਂ ਸੱਚੀ ਗੱਲ ਜੇ ਕਿ ਤੁਸੀਂ ਸ਼ੁਕਰ ਤੇ ਅਦਾ ਹੀ ਨਹੀਂ ਕੀਤਾ। ਫਿਰ ਉਹੋ ਹੀ ਤਵੱਕੋ, ਉਹੋ ਹੀ ਪਿਆਰ, ਉਹੋ ਹੀ ਇਹਤਰਾਮ ਇਹਨਾਂ ਨੂੰ ਦਿਆ ਕਰੋ। ਜਿਹੜਾ ਇਹਤਰਾਮ, ਜਿਹੜੀ ਤਵੱਕੋ ਜਿਹੜੀਆਂ ਤੁਹਾਡੀਆਂ ਆਪਣੀਆਂ ਲੋਕਾਂ ਨਾਲ ਚਲੀਆਂ ਗਈਆਂ ਨਾ, ਉਹਨਾਂ ਭੈਣਾਂ ਵਾਸਤੇ ਤਵੱਕੋ ਕਰਦੇ ਹੋ। ਇਹ ਜਿਹੜੇ ਦੋਹਰੇ ਮਿਆਰ ਨੇ ਨਾ, ਇਸ ਮੁਨਾਫਕਤ ਨੇ ਤਬਾਹ ਕਰਤਾ ਸਾਡੇ ਮੁਆਸ਼ਰੇ ਨੂੰ। ਇਹ ਧੀਆਂ ਰਾਣੀਆਂ ਹੁੰਦੀਆਂ ਨੇ। ਇਹ ਮਾਪਿਆਂ ਦੇ ਘਰ ਹੋਣ, ਇਹ ਆਪਣੇ ਸਸੁਰਾਲ ਦੇ ਘਰ ਹੋਣ, ਇਹਨਾਂ ਦੇ ਦੁੱਖ ਤੇ ਦਰਦ ਮਾਪਿਆਂ ਕੋਲੋਂ ਬਰਦਾਸ਼ਤ ਨਹੀਂ ਹੁੰਦੇ। ਔਰ ਲਿਖ ਲਓ ਇੱਥੇ ਗੱਲ, ਜੇ ਤੁਸੀਂ ਇਹਨਾਂ ਦੇ ਰੂਪ ਵਿੱਚ ਆਪਣੀਆਂ ਭੈਣਾਂ ਨੂੰ ਵੇਖੋ ਨਾ ਜਾ ਕੇ, ਵੀ ਉਹਨਾਂ ਨਾਲ ਵੀ ਇਹੋ ਹੀ ਸਲੂਕ ਹੋਣਾ ਚਾਹੀਦਾ, ਤੇ ਦਰਦ ਨਾਲ ਬਿਲਬਲਾ ਉੱਠੋਗੇ। ਇਹ ਮਾਂ ਦੀਆਂ ਆਂਦਰਾਂ, ਇਹ ਜਿਹੜੇ ਮਾਪੇ ਹੁੰਦੇ ਨਾ,
ਉਹ ਆਪਣੇ ਧੀਆਂ ਦੇ ਨਾਲ ਉਹਨਾਂ ਦੀ ਜਿਹੜੀ ਅਟੈਚਮੈਂਟ ਹੁੰਦੀ ਹੈ, ਉਹ ਧੀਆਂ ਦੀ ਮਾਪਿਆਂ ਨਾਲ ਇਹ ਲਾਜ਼ਵਾਲ ਅਟੈਚਮੈਂਟ ਹੁੰਦੀ ਹੈ। ਇਹਨਾਂ ਨੂੰ ਪਿਆਰ ਦਿਆ ਕਰੋ। ਇਹ ਗੁੱਸੇ ਰਾਜ਼ੀ ਤੇ ਹੋ ਹੀ ਜਾਂਦਾ ਨਾ ਬੰਦਾ ਜਦੋਂ ਇਕੱਠਿਆ ਰਹਿੰਦਾ ਹੋਵੇ। ਆਂਦੇ ਨੇ ਇੱਕ ਥਾਂ ਤੇ ਰਹਿੰਦੇ ਭਾਂਡੇ ਵੀ ਖੜਕ ਪੈਂਦੇ ਨੇ, ਕਦੀ ਹਾਰ ਗਏ ਕਦੀ ਹਰਾ ਲਿਆ, ਕਦੀ ਹੱਸ ਪਏ ਕਦੀ ਹਸਾ ਲਿਆ, ਕਦੀ ਜਿੱਤ ਗਏ ਕਦੀ ਉਹਨੂੰ ਜਿਤਾਤਾ। ਇਹ ਲੈਣ ਦੇਣ ਇਸੇ ਤਰ੍ਹਾਂ ਹੀ ਚੱਲਦਾ ਹੈ। ਇਹ ਕਾਹਦੇ ਗੁੱਸੇ ਰਾਜ਼ੀ ਹੋਣਾ? ਤੇ ਜਿੰਨਾ ਗੁੱਸੇ ਰਾਜ਼ੀ ਰਹੋਗੇ ਨਾ, ਜਿੰਨਾ ਸਟ੍ਰੈਸ ਦਿਓਗੇ, ਉਹ ਟਰਾਂਸਲੇਟ ਹੋਏਗਾ ਸਟ੍ਰੈਸ ਤੁਹਾਡੀ ਔਲਾਦ ਤੇ। ਘਰਾਂ ਨੂੰ ਗੁਲੋ ਗੁਲਜ਼ਾਰ ਬਣਾਓ, ਮੂੰਹ ਵੱਟ ਕੇ ਇੱਧਰ ਬਹਿ ਰਹਿਣਾ ਉੱਧਰ ਬਹਿ ਰਹਿਣਾ। ਕਦੀ ਸੋਚਿਆ ਤੇ ਕਰੋ, ਜਿਹੜੇ ਗਿਲੇ ਤੁਹਾਨੂੰ ਕਦੀ ਕਦਾਰ ਇਹਨਾਂ ਤੇ ਹੋ ਜਾਂਦੇ ਨੇ, ਤੁਹਾਡਾ ਦਮਾਦ ਤੁਹਾਡਾ ਬਹਿਨੋਈ ਜੇ ਇਹ ਗਿਲੇ ਕਰਨ ਲੱਗ ਪਿਆ ਤੁਹਾਡੀ ਭੈਣ ਨਾਲ ਤੁਹਾਡੀ ਧੀ ਨਾਲ, ਤੇ ਤੁਹਾਡੇ ਤੇ ਕੀ ਗੁਜ਼ਰੇਗੀ? ਦਰਦ ਤੇ ਹੁੰਦੀ ਹੈ ਨਾ, ਇਸ ਦਰਦ ਦਾ ਅਹਿਸਾਸ ਕਰਿਆ ਕਰੋ।